ਉਸ ਪਰ ਜ਼ਿੰਦਗੀ ਨਾਵਲ ਦਾ ਭਾਗ 7ਵਾਂ। ਸਿਆਣਿਆਂ ਨੇ ਸੱਚ ਹੀ ਕਿਹਾ ਆ ਕਿ ਬਈ ਸੱਪ ਦਾ ਡੰਗਿਆ ਬੰਦਾ ਰੱਸੀ ਤੋਂ ਵੀ ਡਰਦਾ ਆ, ਤੇ ਚਾਹ ਦਾ ਸੜਿਆ ਹੋਇਆ ਲੱਸੀ ਨੂੰ ਵੀ ਫੂਕਾ ਮਾਰ ਕੇ ਪੀਂਦਾ ਆ। ਦੀਪ ਹੋਰਾਂ ਦੇ ਕਾਫਲੇ ਵਿੱਚ ਸਾਰੇ ਮੁੰਡਿਆਂ ਦਾ ਵੀ ਇਹੋ ਹੀ ਹਾਲ ਸੀ। ਇਕਵਾਡੋਰ ਤੋਂ ਕੋਲੰਬੀਆ ਦੇ ਵਿੱਚ ਬਾਰਡਰ ਪਾਰ ਕਰਕੇ ਦਾਖਲ ਹੋਣਾ ਤੇ ਫਿਰ ਫੜੇ ਜਾਣਾ ਤੇ ਘੁੰਮ ਘੁਮਾ ਕੇ ਵਾਪਸ ਇਕਵਾਡੋਰ ਪਹੁੰਚ ਜਾਣਾ। ਇਸ ਤਰ੍ਹਾਂ ਵਾਰ-ਵਾਰ ਹੋਣ ਨਾਲ ਸਾਰੇ ਮੁੰਡਿਆਂ ਦਾ ਹੌਸਲਾ ਟੁੱਟ ਚੁੱਕਾ ਸੀ। ਪਰ ਇੱਥੇ ਬੈਠ ਕੇ ਵੀ ਉਹਨਾਂ ਦਾ ਸਰਦਾ ਨਹੀਂ ਸੀ। ਜਾਂ ਤਾਂ ਉਹਨਾਂ ਨੂੰ ਆਪਣਾ ਸੁਨਹਿਰੀ ਭਵਿੱਖ ਬਣਾਉਣ ਲਈ ਅੱਗੇ ਜਾਣ ਦੀ ਕੋਸ਼ਿਸ਼ ਕਰਨੀ ਪੈਣੀ ਸੀ, ਜਾਂ ਫਿਰ ਗੁੰਮਨਾਮੀ ਦੇ ਹਨੇਰੇ ਦੇ ਵਿੱਚ ਜ਼ਿੰਦਗੀ ਜੀਣ ਲਈ ਵਾਪਸ ਆਪਣੇ ਮੁਲਕ ਜਾਣਾ ਪੈਣਾ ਸੀ। ਜਦੋਂ ਤਾਂ ਇਹ ਸਾਰੇ ਜਣੇ ਅੱਗੇ ਜਾਣ ਬਾਰੇ ਸੋਚਦੇ ਤਾਂ ਦਿਲ ਕੰਬ ਜਾਂਦਾ ਸੀ, ਤੇ ਜਦੋਂ ਕਿਤੇ ਦਿਲ ਵਿੱਚ ਵਾਪਸ ਪਰਤਣ ਦਾ ਖਿਆਲ ਆਉਂਦਾ ਤਾਂ ਅੱਖਾਂ ਦੇ ਵਿੱਚੋਂ ਆਪ ਮੁਹਾਰੀ ਹੰਝੂ ਵਹਿ ਤੁਰਦੇ ਸੀ। ਉਹਨਾਂ ਮੁੰਡਿਆਂ ਦੇ ਵਿੱਚ ਕੋਈ ਵੀ ਇਹੋ ਜਿਹਾ ਮੁੰਡਾ ਨਹੀਂ ਸੀ ਜਿਹੜਾ ਸਾਰੇ ਪੈਸੇ ਆਪਣੇ ਬੈਂਕ ਅਕਾਊਂਟ ਵਿੱਚੋਂ ਖਰਚਾ ਕਰਕੇ ਇੱਥੋਂ ਤੱਕ ਪਹੁੰਚਿਆ ਹੋਵੇ। ਸਾਰੇ ਕਾਫਲੇ ਵਿੱਚੋਂ ਕੋਈ ਮੁੰਡਾ ਤਾਂ ਆਪਣੀ ਜ਼ਮੀਨ ਵੇਚ ਕੇ ਇਸ ਰਾਹ ਦਾ ਮੁਸਾਫਰ ਬਣਿਆ ਸੀ, ਤੇ ਕੋਈ ਜ਼ਮੀਨ ਜਾਂ ਫਿਰ ਕੁਝ ਹੋਰ ਗਹਿਣਾ ਗੱਟਾ ਕਿਸੇ ਕੋਲ ਗਹਿਣੇ ਧਰ ਕੇ ਇਹਨਾਂ ਰਾਹਾਂ ਦਾ ਪਾਂਦੀ ਬਣਿਆ ਸੀ। ਕਈਆਂ ਨੇ ਆਪਣੇ ਕਿਸੇ ਰਿਸ਼ਤੇਦਾਰ ਜਾਂ ਫਿਰ ਕਿਸੇ ਸੱਜਣ ਬੈਲੀ ਦੇ ਤਰਲੇ ਮਿੰਤਾਂ ਕਰਕੇ ਵਿਆਜੀ ਪੈਸੇ ਫੜੇ ਸੀ। ਹੁਣ ਏਜੰਟ ਨੇ ਉਹਨਾਂ ਸਾਰੇ ਮੁੰਡਿਆਂ ਨੂੰ ਇੱਕ ਘਰ ਦੇ ਵਿੱਚ ਰੱਖਿਆ, ਕਿਉਂਕਿ ਵਾਰ-ਵਾਰ ਮੁੜ ਕੇ ਵਾਪਸ ਆਉਣ ਨਾਲ ਹੋਟਲ ਦੇ ਵਿੱਚ ਪੁਲਿਸ ਵਾਲਿਆਂ ਦਾ ਵੀ ਡਰ ਪੈਦਾ ਹੋ ਗਿਆ ਸੀ। ਏਜੰਟ ਵੀ ਨਹੀਂ ਚਾਹੁੰਦਾ ਸੀ ਕਿ ਦੁਬਾਰਾ ਕੋਈ ਵੀ ਮੁੰਡਾ ਫੜਿਆ ਜਾਏ। ਸ਼ਾਇਦ ਇਸੇ ਲਈ ਹੀ ਏਜੰਟਾਂ ਨੇ ਇੱਕ ਘਰ ਦੇ ਵਿੱਚ ਇਹਨਾਂ ਨੂੰ ਰੱਖਿਆ। ਮੌਕਾ ਮਿਲਣ 'ਤੇ ਅਨਵਰ ਖਾਨ ਕੋਈ ਨਾ ਕੋਈ ਮਜ਼ਾਕ ਕਰ ਛੱਡਦਾ ਸੀ ਤਾਂ ਕਿ ਕੋਈ ਉਦਾਸ ਨਾ ਹੋਵੇ, ਪਰ ਉਦਾਸੀ ਸਾਰੇ ਕਾਫਲੇ ਦੇ ਨਾਲ ਸਫ਼ਰ ਕਰ ਰਹੀ ਸੀ। ਇਸ ਘਰ ਵਿੱਚ ਰਹਿੰਦੇ ਹੋਏ ਦੀਪ ਹੋਰਾਂ ਨੂੰ 12 ਤੋਂ 13 ਦਿਨ ਹੋ ਗਏ ਸੀ, ਪਰ ਹੁਣ ਤੱਕ ਅੱਗੇ ਜਾਣ ਲਈ ਕੋਈ ਵੀ ਸੁਨੇਹਾ ਨਹੀਂ ਸੀ ਆਇਆ। ਇਸ ਘਰ ਦੇ ਵਿੱਚ ਰੋਟੀ ਪਾਣੀ ਠੀਕ ਠਾਕ ਹੀ ਮਿਲ ਰਿਹਾ ਸੀ। ਹਰ ਰੋਜ਼ ਸਾਰਾ ਦਿਨ ਸਾਰੇ ਜਣੇ ਸਲਾਹਾਂ ਕਰਦੇ ਰਹਿੰਦੇ ਕਿ ਹੁਣ ਅੱਗੇ ਕਿਵੇਂ ਜਾਇਆ ਜਾਏਗਾ। ਇਸ ਵਿਹਲੇ ਸਮੇਂ ਕਦੀ-ਕਦੀ ਉਹਨਾਂ ਮੁੰਡਿਆਂ ਦੇ ਵਿੱਚੋਂ ਕਿਸੇ ਨੇ ਆਪਣੇ ਘਰ ਪਰਿਵਾਰ ਨੂੰ ਫੋਨ ਕਰ ਲੈਣਾ ਤੇ ਸਾਰੀ ਹੋਈ ਹੱਡ ਬੀਤੀ ਸੁਣਾ ਦੇਣੀ। ਇਸ ਵਾਰ ਦੀਪ ਨੇ ਆਪਣੇ ਘਰ ਵਾਲਿਆਂ ਦੇ ਨਾਲ ਗੱਲ ਕੀਤੀ ਤੇ ਉਹਨਾਂ ਨੂੰ ਹੁਣ ਤੱਕ ਬੀਤੇ ਦਾ ਸਭ ਕੁਝ ਸੱਚ-ਸੱਚ ਦੱਸ ਦਿੱਤਾ ਸੀ। ਦੀਪ ਦੇ ਡੈਡੀ ਨੇ ਲਾਲੀ ਦੇ ਘਰ ਵਾਲਿਆਂ ਨਾਲ ਗੱਲ ਕੀਤੀ। ਇਸ ਵਾਰ ਦੋਵੇਂ ਹੀ ਪਰਿਵਾਰ ਆਪਣੇ ਜਿਗਰ ਦੇ ਟੋਟਿਆਂ ਲਈ ਬਹੁਤ ਹੀ ਜ਼ਿਆਦਾ ਫਿਕਰਮੰਦ ਸੀ। ਸ਼ਾਇਦ ਇਸ ਤੋਂ ਪਹਿਲਾਂ ਦੀਪ ਹੋਰਾਂ ਨੇ ਇਹੋ ਜਿਹੀ ਕੋਈ ਵੀ ਗੱਲ ਆਪਣੇ ਪਰਿਵਾਰ ਨਾਲ ਕਦੀ ਸਾਂਝੀ ਨਹੀਂ ਸੀ ਕੀਤੀ। 15ਵੇਂ ਕੋ ਦਿਨ ਏਜੰਟ ਉਹਨਾਂ ਸਾਰੇ ਮੁੰਡਿਆਂ ਨੂੰ ਫਿਰ ਅੱਗੇ ਲਿਜਾਣ ਵਾਸਤੇ ਉਸ ਘਰ ਦੇ ਵਿੱਚ ਪਹੁੰਚ ਗਿਆ। ਚਲੋ ਬਈ ਮੁੰਡਿਓ, ਤਿਆਰੀ ਕਰੋ, ਤੁਹਾਡੀ ਅੱਜ ਫਿਰ ਡੌਂਕੀ ਲਵਾਉਣੀ ਆ। ਡੌਂਕਰ ਨੇ ਅੰਦਰ ਵੜਦੇ ਹੀ ਚਾਰੇ ਪਾਸੇ ਦੇਖਦੇ ਹੋਏ ਕਿਹਾ। ਹੁਣ ਤਾਂ ਨਹੀਂ ਪਹਿਲਾਂ ਵਾਂਗੂ ਹੋਵੇਗਾ? ਕਾਫਲੇ ਦੇ ਵਿੱਚੋਂ ਇੱਕ ਮੁੰਡੇ ਨੇ ਜਾਣਨਾ ਚਾਹਿਆ। ਕੋਸ਼ਿਸ਼ ਕਰਕੇ ਵੇਖਦੇ ਆ, ਦੇਖੋ ਤੁਹਾਡਾ ਕੀ ਬਣਦਾ। ਡੌਂਕਰਾਂ ਲਈ ਇਹ ਤਾਂ ਆਮ ਜੀ ਗੱਲ ਸੀ। ਕਿਉਂ, ਤੁਹਾਨੂੰ ਕੋਈ ਪੱਕਾ ਯਕੀਨ ਨਹੀਂ ਕਿ ਇਸ ਵਾਰ ਬਾਰਡਰ ਪਾਰ ਕਰ ਲਿਆ ਜਾਵੇਗਾ ਕਿ ਨਹੀਂ? ਲਾਲੀ ਨੇ ਆਪਣਾ ਸਵਾਲ ਦਾਗਿਆ। ਬਾਰਡਰ ਤਾਂ ਆਪਾਂ ਪਹਿਲਾਂ ਵੀ ਪਾਰ ਕਰਕੇ ਹੀ ਗਏ ਸੀ, ਪਰ ਅੱਗੇ ਜਾ ਕੇ ਫੜੇ ਗਏ ਸੀ। ਅਸੀਂ ਇਸ ਵਾਰ ਇੱਕ ਨਵਾਂ ਰਾਹ ਲੱਭਿਆ, ਸ਼ਾਇਦ ਇਸ ਰਾਹੇ ਤੁਸੀਂ ਕੋਲੰਬੀਆ ਤੱਕ ਪਹੁੰਚ ਜਾਓਗੇ, ਡੌਂਕਰਾਂ ਨੇ ਹੌਸਲਾ ਦਿੰਦੇ ਹੋਏ ਦੱਸਿਆ। ਚਲੋ ਠੀਕ ਆ, ਇੱਕ ਟਰਾਈ ਹੋਰ ਸਹੀ, ਇਸ ਤੋਂ ਬਗੈਰ ਹੋਰ ਕੋਈ ਚਾਰਾ ਵੀ ਤਾਂ ਨਹੀਂ। ਨਾਲੇ ਕਿੰਨਾ ਕੁ ਚਿਰ ਇੱਥੇ ਬੈਠੇ ਰਵਾਂਗੇ? ਆਪਣਾ ਸਮਾਨ ਬੈਗ ਦੇ ਵਿੱਚ ਪਾਉਂਦੇ ਹੋਏ ਇੱਕ ਮੁੰਡਾ ਕਹਿਣ ਲੱਗਿਆ। ਅਸੀਂ ਦੋਵੇਂ ਜਣੇ ਤਾਂ ਅੱਜ ਤੁਹਾਡੇ ਨਾਲ ਨਹੀਂ ਜਾ ਸਕਦੇ ਕਿਉਂਕਿ ਸਾਡੀ ਸਿਹਤ ਖਰਾਬ ਹੈਗੀ। ਦੀਪ ਤੇ ਲਾਲੀ ਨੇ ਬਿਮਾਰੀ ਦਾ ਬਹਾਨਾ ਮਾਰਦੇ ਹੋਏ ਡੌਂਕਰ ਦੇ ਨਾਲ ਜਾਣ ਤੋਂ ਮਨਾ ਕਰ ਦਿੱਤਾ। ਕਿਉਂ, ਕੀ ਹੋਇਆ ਤੁਹਾਡੀ ਸਿਹਤ ਨੂੰ ਸਾਈਂ? ਅਨਵਰ ਪੁੱਛਣ ਲੱਗਿਆ। ਕੁਝ ਖਾਸ ਨਹੀਂ ਯਾਰ, ਸਰੀਰ ਦਰਦ ਕਰੀ ਜਾਂਦਾ ਤੇ ਨਾਲੇ ਲੱਕ ਵੀ ਬਹੁਤ ਦਰਦ ਕਰਦਾ। ਦੀਪ ਨੇ ਪਹਿਲਾਂ ਝੂਠ ਲੁਕਾਉਣ ਲਈ ਇੱਕ ਹੋਰ ਦੂਜਾ ਝੂਠ ਬੋਲਿਆ। ਤੁਸੀਂ ਡਰੋ ਨਾ, ਅਸੀਂ ਤੁਹਾਡੇ ਨਾਲ ਆ। ਰਾਹ ਵਿੱਚ ਜਿੱਥੇ ਵੀ ਲੋੜ ਪਈ ਅਸੀਂ ਤੁਹਾਡੀ ਮਦਦ ਕਰਾਂਗੇ। ਹੁਣ ਤੱਕ ਆਪਾਂ ਔਖਾ ਸੌਖਾ ਇਹ ਸਾਰਾ ਸਫ਼ਰ ਇਕੱਠਿਆਂ ਨਹੀਂ ਤੈਅ ਕੀਤਾ ਆ ਸਾਈਂ। ਅਸੀਂ ਤੁਹਾਨੂੰ ਛੱਡ ਕੇ ਇਕੱਲੇ ਅੱਗੇ ਚਲੇ ਜਾਈਏ ਇਹ ਤਾਂ ਠੀਕ ਨਹੀਂ ਆ। ਸਾਰੇ ਜਣੇ ਮਿਲ ਕੇ ਦੀਪ ਹੋਰਾਂ ਨੂੰ ਮਨਾਉਣ ਲੱਗੇ ਸੀ। ਯਾਰ ਤੁਸੀਂ ਸਾਡੀ ਫਿਕਰ ਨਾ ਕਰੋ, ਹੌਸਲੇ ਨਾਲ ਆਪਣੀ ਮੰਜ਼ਿਲ ਵੱਲ ਨੂੰ ਵਧੋ। ਰੱਬ ਨੇ ਚਾਹਿਆ ਤਾਂ ਆਪਾਂ ਫੇਰ ਮਿਲਾਂਗੇ, ਦੀਪ ਨੇ ਬਾਕੀ ਮੁੰਡਿਆਂ ਨੂੰ ਹੌਸਲਾ ਦਿੰਦੇ ਹੋਏ ਕਿਹਾ। ਦੀਪ ਹੋਰਾਂ ਨੂੰ ਛੱਡ ਕੇ ਬਾਕੀ ਸਾਰੇ ਮੁੰਡੇ ਉਸ ਡੌਂਕਰ ਦੇ ਨਾਲ ਤੁਰ ਪਏ ਸੀ। ਦਰਅਸਲ ਦੀਪ ਹੋਰੀ ਕੋਈ ਬਿਮਾਰ ਨਹੀਂ ਸੀ, ਬਸ ਉਹ ਦੋਵੇਂ ਡਰ ਗਏ ਸੀ ਤੇ ਨਾਲੇ ਹੀ ਉਹਨਾਂ ਦੇ ਪਰਿਵਾਰਾਂ ਵਾਲੇ ਵੀ ਡਰ ਗਏ ਸੀ। ਹੁਣ ਦੀਪ ਹੋਰਾਂ ਦਾ ਪਰਿਵਾਰ ਨਹੀਂ ਚਾਹੁੰਦਾ ਸੀ ਕਿ ਉਹ ਦੋਵੇਂ ਜਣੇ ਅੱਗੇ ਇਸ ਰਸਤੇ 'ਤੇ ਤੁਰਨ, ਸਗੋਂ ਉਹ ਚਾਹੁੰਦੇ ਸੀ ਕਿ ਦੋਵੇਂ ਜਣੇ ਸਹੀ ਸਲਾਮਤ ਆਪਣੇ ਪਿੰਡ, ਆਪਣੇ ਘਰ ਪਰਿਵਾਰ ਦੇ ਵਿੱਚ ਵਾਪਸ ਪਰਤ ਆਉਣ। ਦੂਜੇ ਪਾਸੇ ਦੀਪ ਹੋਰੀ ਵਾਪਸ ਤਾਂ ਨਹੀਂ ਮੁੜਨਾ ਚਾਹੁੰਦੇ ਸੀ, ਪਰ ਇਸ ਵਾਰ ਵਾਪਸ ਮੁੜਨ ਕਰਕੇ ਅੱਗੇ ਵੀ ਨਹੀਂ ਜਾਣਾ ਚਾਹੁੰਦੇ ਸੀ। ਅੱਜ ਨਾਲ ਦੇ ਮੁੰਡਿਆਂ ਨੂੰ ਗਿਆ ਤੀਜਾ ਦਿਨ ਹੋ ਗਿਆ ਸੀ। ਮਨ ਹੀ ਮਨ ਦੀਪ ਤੇ ਲਾਲੀ ਪਛਤਾ ਵੀ ਰਹੇ ਸੀ ਕਿ ਅਸੀਂ ਵੀ ਨਾਲ ਚਲੇ ਜਾਂਦੇ ਤਾਂ ਹੁਣ ਤੱਕ ਕੋਲੰਬੀਆ ਪਹੁੰਚ ਜਾਣਾ ਸੀ। ਪਰ ਫਿਰ ਸੋਚਦੇ ਕਿ ਜੋ ਵੀ ਹੁੰਦਾ ਆ ਉਹ ਚੰਗੇ ਲਈ ਹੀ ਹੁੰਦਾ ਆ ਤੇ ਜੋ ਵੀ ਅੱਗੇ ਹੋਵੇਗਾ ਚੰਗੇ ਲਈ ਹੀ ਹੋਵੇਗਾ। ਚੌਥੇ ਦਿਨ ਤੜਕੇ ਜੇ ਸਾਰੇ ਮੁੰਡੇ ਵਾਪਸ ਫਿਰ ਉਸ ਘਰ ਦੇ ਵਿੱਚ ਲਾਲੀ ਹੁਣਾਂ ਕੋਲ ਆਣ ਕੇ ਪਹੁੰਚ ਗਏ ਸੀ। ਮੁੰਡਿਆਂ ਨੇ ਦੱਸਿਆ ਕਿ ਇਸ ਵਾਰ ਉਹ ਕੋਲੰਬੀਆ ਦਾ ਬਾਰਡਰ ਤਾਂ ਬੜੀ ਆਸਾਨੀ ਨਾਲ ਪਾਰ ਕਰ ਗਏ ਸੀ,
ਪਰ ਕੋਲੰਬੀਆ ਦੇ ਇੱਕ ਸ਼ਹਿਰ ਪਾਸਤੋ ਵਿੱਚ ਹੀ ਫੜੇ ਗਏ ਤੇ ਪੁਲਿਸ ਨੇ ਉਹਨਾਂ ਨੂੰ ਫਿਰ ਕੋਲੰਬੀਆ ਦਾ ਬਾਰਡਰ ਪਾਰ ਕਰਾ ਕੇ ਵਾਪਸ ਇਕਵਾਡੋਰ ਵਿੱਚ ਛੱਡ ਦਿੱਤਾ। ਉੱਥੋਂ ਸਾਰੇ ਜਣੇ ਤੁਰ ਕੇ ਸ਼ਹਿਰ ਤੁਲਕਾਨ ਪਹੁੰਚੇ ਤੇ ਫਿਰ ਉੱਥੋਂ ਬੱਸ ਲੈ ਕੇ ਤੁਹਾਡੇ ਕੋਲ ਪਹੁੰਚ ਗਏ। ਉਹਨਾਂ ਮੁੰਡਿਆਂ ਨੇ ਦੱਸਿਆ ਕਿ ਜੋ ਵੀ ਅਸੀਂ 4 ਦਿਨ ਪਹਿਲਾਂ ਜੋ ਇਸ ਘਰ ਵਿੱਚ ਖਾਧਾ ਸੀ ਬਸ ਉਹੀ ਖਾਧਾ ਸੀ। ਉਸ ਤੋਂ ਬਾਅਦ ਸਾਨੂੰ 4 ਦਿਨਾਂ ਵਿੱਚ ਕੁਝ ਵੀ ਖਾਣ ਨੂੰ ਨਹੀਂ ਸੀ ਮਿਲਿਆ। ਤੁਸੀਂ ਚੰਗਾ ਕੀਤਾ ਸਾਈਂ ਜਿਹੜਾ ਸਾਡੇ ਨਾਲ ਨਹੀਂ ਤੁਰੇ, ਨਹੀਂ ਤਾਂ ਤੁਸੀਂ ਵੀ ਸਾਡੇ ਵਾਂਗੂ ਦੌੜ ਭੱਜ ਕੇ ਵਾਪਸ ਇੱਥੇ ਹੀ ਆਉਣਾ ਸੀ। ਪਰ ਅਸੀਂ ਤੁਹਾਨੂੰ ਚੇਤੇ ਬੜਾ ਕਰਿਆ ਸੀ। ਅਨਵਰ ਢਿੱਲਾ ਜਿਹਾ ਮੂੰਹ ਬਣਾਈ ਦੀਪ ਦੇ ਕੋਲ ਬਹਿੰਦਾ ਆਖਣ ਲੱਗਾ। ਨਾਲ ਜਾਣ ਤੋਂ ਨਾ ਕਰਕੇ ਪਛਤਾ ਵੀ ਅਸੀਂ ਰਹੇ ਸੀ, ਪਰ ਅਸੀਂ ਹਰ ਵਕਤ ਤੁਹਾਡੇ ਲਈ ਅਰਦਾਸਾਂ ਕਰਦੇ ਰਹੇ ਕਿ ਤੁਸੀਂ ਸਹੀ ਸਲਾਮਤ ਆਪਣੇ ਟਿਕਾਣੇ ਉੱਤੇ ਪਹੁੰਚ ਜਾਓ। ਪਰ ਸਾਨੂੰ ਕੀ ਪਤਾ ਸੀ ਕਿ ਤੁਸੀਂ, ਦੀਪ ਕਹਿੰਦਾ ਰੁਕ ਗਿਆ। ਸਭ ਅੱਲਾ ਦਾ ਕਰਮ ਆ ਤੇ ਤੁਹਾਡੀਆਂ ਦੁਆਵਾਂ ਜਿਹੜਾ ਅਸੀਂ ਖੈਰ ਨਾਲ ਸਹੀ ਸਲਾਮਤ ਤੁਹਾਡੇ ਕੋਲ ਪਹੁੰਚ ਗਏ। ਅਨਵਰ ਨੇ ਦੀਪ ਦਾ ਹੱਥ ਘੁੱਟਦਿਆਂ ਸਿਰ ਹਿਲਾਇਆ। ਤੀਜੇ ਦਿਨ ਡੌਂਕਰ ਫਿਰ ਉਹਨਾਂ ਨੂੰ ਲੈਣ ਆ ਗਿਆ ਸੀ। ਇਸ ਵਾਰ ਡੌਂਕਰ ਨੇ ਦੀਪ ਹੋਰਾਂ ਨੂੰ ਆਪਣੇ ਨਾਲ ਚੱਲਣ ਲਈ ਨਹੀਂ ਕਿਹਾ ਸੀ, ਕਿਉਂਕਿ ਦੀਪ ਤੇ ਲਾਲੀ ਸ਼ਰਮੇ ਏਜੰਟ ਦੇ ਬੰਦੇ ਸੀ ਤੇ ਬਾਕੀ ਕਿਸੇ ਹੋਰ ਏਜੰਟਾਂ ਦੇ ਬੰਦੇ ਸੀ। ਸ਼ਾਇਦ ਇਸੇ ਕਰਕੇ ਡੌਂਕਰ ਬਾਕੀਆਂ ਨੂੰ ਆਪਣੇ ਨਾਲ ਲੈ ਕੇ ਘਰੋਂ ਚੱਲ ਗਿਆ ਤੇ ਦੀਪ ਹੋਰੀ ਚੁੱਪ-ਚਾਪ ਖੜੇ ਵੇਖਦੇ ਰਹਿ ਗਏ। ਹਫ਼ਤੇ ਕੁ ਮਗਰੋਂ ਇੱਕ ਹੋਰ ਡੌਂਕਰ ਆਇਆ ਤੇ ਦੀਪ ਹੋਰਾਂ ਨੂੰ ਆਪਣੇ ਨਾਲ ਲੈ ਗਿਆ। ਇਸ ਵਾਰ ਦੀਪ ਹੋਰਾਂ ਨੂੰ ਬਾਰਡਰ ਪਾਰ ਕਰਵਾਉਣ ਦਾ ਇੱਕ ਨਵਾਂ ਤਰੀਕਾ ਲੱਭਿਆ ਗਿਆ ਸੀ। ਹੋ ਸਕਦਾ ਕਿ ਦੀਪ ਹੋਰਾਂ ਦੇ ਪਰਿਵਾਰ ਵਾਲਿਆਂ ਨੇ ਸ਼ਰਮੇ ਏਜੰਟ ਦੀ ਖਿੱਚ-ਧੂ ਕੀਤੀ ਹੋਵੇ, ਜਾਂ ਫਿਰ ਹੋ ਸਕਦਾ ਪੁਲਿਸ ਕੋਲ ਜਾਣ ਦੀ ਧਮਕੀ ਵੀ ਦਿੱਤੀ ਹੋਵੇ। ਇਸ ਕਰ ਤੋਂ ਦੀਪ ਹੋਰਾਂ ਨੂੰ ਇਸ ਵਾਰ ਪਹਿਲਾਂ ਤਾਂ ਬੱਸ ਵਿੱਚ ਬਿਠਾ ਕੇ ਇਕਵਾਡੋਰ ਦੇ ਸ਼ਹਿਰ ਤੁਲਕਾਨ ਤੱਕ ਲਿਜਾਇਆ ਗਿਆ। ਤੁਲਕਾਨ ਸ਼ਹਿਰ ਕੋਲੰਬੀਆ ਦੇ ਬਿਲਕੁਲ ਹੀ ਬਾਰਡਰ ਦੇ ਨੇੜੇ ਆ। ਆਪਾਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਜਿਵੇਂ ਪਾਕਿਸਤਾਨ ਤੇ ਹਿੰਦੁਸਤਾਨ ਦੇ ਵਾਹਗਾ ਬਾਰਡਰ ਕੋਲ ਅਟਾਰੀ ਪੈਂਦਾ ਆ। ਤੁਲਕਾਨ ਤੋਂ ਦੀਪ ਹੋਰਾਂ ਨੂੰ ਇੱਕ ਟਰਾਲੇ ਦੇ ਮਗਰ ਵਾਲੇ ਪਾਸੇ ਬਿਠਾ ਦਿੱਤਾ ਗਿਆ। ਇਹ ਟਰਾਲਾ ਸ਼ਾਮੀ 7 ਵਜੇ ਤੁਲਕਾਨ ਸ਼ਹਿਰ ਤੋਂ ਕੋਲੰਬੀਆ ਦੇ ਬਾਰਡਰ ਵੱਲ ਨੂੰ ਤੁਰ ਪਿਆ। ਇਹ ਟਰਾਲਾ ਆਲੂਆਂ ਦੀਆਂ ਬੋਰੀਆਂ ਦੇ ਨਾਲ ਭਰਿਆ ਹੋਇਆ ਸੀ ਤੇ ਇਸ ਟਰਾਲੇ ਦੇ ਵਿੱਚ ਦੀਪ ਹੋਰਾਂ ਤੋਂ ਇਲਾਵਾ 3 ਮੁੰਡੇ ਹੋਰ ਵੀ ਬੈਠੇ ਸੀ। ਉਹ ਮੁੰਡੇ ਕਿਸੇ ਹੋਰ ਏਜੰਟ ਦੇ ਤੇ ਕਿਸੇ ਹੋਰ ਦੇਸ਼ ਦੇ ਸੀ। ਪਹਿਲਾਂ 8 ਘੰਟੇ ਟਰਾਲਾ ਲਗਾਤਾਰ ਹੀ ਚੱਲਦਾ ਰਿਹਾ। ਇੰਨਾ ਸਫ਼ਰ ਤੈਅ ਕਰਨ ਤੋਂ ਬਾਅਦ ਟਰਾਲਾ ਕੋਲੰਬੀਆ ਦੇ ਇੱਕ ਸ਼ਹਿਰ ਪਾਸਤੋ ਦੇ ਨੇੜੇ ਰੁਕਿਆ। ਦੀਪ ਹੋਰਾਂ ਦੇ ਮਨ ਵਿੱਚ ਅਜੇ ਵੀ ਡਰ ਬੈਠਿਆ ਹੋਇਆ ਸੀ ਕਿ ਕਿਤੇ ਪੁਲਿਸ ਫਾੜੀ ਨਾ ਲਵੇ। ਭਾਵੇਂ ਕਿ ਇਸ ਟਰਾਲੇ ਵਾਲਾ ਸਫ਼ਰ ਸੁਖਾਲਾ ਤੇ ਆਰਾਮਦੇਹ ਸੀ, ਪਰ ਡਰ ਤਾਂ ਡਰ ਹੀ ਹੁੰਦਾ ਆ, ਫਿਰ ਚਾਹੇ ਉਹ ਮਹਿਲ ਹੋਣ ਜਾਂ ਫਿਰ ਝੁੱਗੀ ਝੌਪੜੀ ਹੋਵੇ। 2 ਘੰਟੇ ਰੁਕਣ ਤੋਂ ਮਗਰੋਂ ਟਰਾਲਾ ਫਿਰ ਤੋਰ ਲਿਆ ਗਿਆ। ਇਸ ਵਾਰ ਟਰਾਲਾ ਲਗਾਤਾਰ ਚੱਲਦਾ ਹੀ ਰਿਹਾ ਸੀ। ਕਿਸੇ ਜਗ੍ਹਾ ਟਰਾਲਾ 15-20 ਮਿੰਟ ਜਾਂ ਅੱਧਾ ਘੰਟਾ ਰੁਕਦਾ ਤੇ ਡਰਾਈਵਰ ਫਿਰ ਟਰਾਲੇ ਨੂੰ ਸਟਾਰਟ ਕਰਕੇ ਆਪਣੀ ਮੰਜ਼ਿਲ ਵੱਲ ਨੂੰ ਤੁਰ ਪੈਂਦਾ। ਇਸੇ ਤਰ੍ਹਾਂ ਚੱਲਦੇ 36 ਘੰਟੇ ਦਾ ਸਫ਼ਰ ਤੈਅ ਕਰਕੇ ਤੀਜੇ ਦਿਨ ਦੁਪਹਿਰ ਦੇ 2 ਵਜੇ ਕਰੀਬ ਟਰਾਲਾ ਕੋਲੰਬੀਆ ਦੇ ਸ਼ਹਿਰ ਕੈਲੀ ਵਿੱਚ ਪਹੁੰਚ ਗਿਆ। ਇਸ ਸਫ਼ਰ ਦੌਰਾਨ ਉਹਨਾਂ 5 ਜਣਿਆਂ ਨੂੰ ਕੁਝ ਵੀ ਖਾਣ ਨੂੰ ਨਹੀਂ ਸੀ ਦਿੱਤਾ ਗਿਆ। ਸਿਰਫ ਪੀਣ ਵਾਸਤੇ ਇੱਕ ਪਾਣੀ ਦੀ ਅੱਧਾ ਲੀਟਰ ਵਾਲੀ ਬੋਤਲ ਟਰਾਲੇ ਵਿੱਚ ਬਹਿਣ ਤੋਂ ਪਹਿਲਾਂ ਹੀ ਉਹਨਾਂ ਨੂੰ ਫੜਾ ਦਿੱਤੀ ਗਈ ਸੀ। ਤੁਲਕਾਨ ਤੋਂ ਲਾਲੀ ਹੋਰਾਂ ਨੇ ਥੋੜੇ ਜਿਹੇ ਬਿਸਕਿਟ ਵਗੈਰਾ ਖਰੀਦੇ ਸੀ ਤੇ 36 ਘੰਟੇ ਉਹਨਾਂ ਨਾਲ ਹੀ ਗੁਜ਼ਾਰਾ ਕੀਤਾ ਸੀ। ਕੈਲੀ ਸ਼ਹਿਰ ਵਿੱਚ ਉਹਨਾਂ 5 ਜਣਿਆਂ ਨੂੰ ਇੱਕ ਕਮਰੇ ਵਿੱਚ ਛੱਡ ਦਿੱਤਾ ਗਿਆ ਸੀ। ਇਸ ਸ਼ਹਿਰ ਵਿੱਚ ਉਹ 5 ਜਣੇ ਇੱਕ ਰਾਤ ਹੀ ਰਹੇ ਸੀ ਤੇ ਅਗਲੇ ਦਿਨ ਸਵੇਰੇ ਉਹਨਾਂ ਦੇ ਏਜੰਟ ਆ ਕੇ ਲੈ ਗਏ ਸੀ। ਦੀਪ ਹੋਰਾਂ ਨੂੰ ਉਹਨਾਂ ਦਾ ਏਜੰਟ ਤੇ ਬਾਕੀ 3 ਨੂੰ ਉਹਨਾਂ ਦਾ ਕੋਈ ਹੋਰ ਏਜੰਟ ਲੈ ਗਿਆ ਸੀ। ਹੁਣ ਕੈਲੀ ਸ਼ਹਿਰ ਤੋਂ ਦੀਪ ਹੋਰਾਂ ਦਾ ਅਗਲਾ ਸਫ਼ਰ ਸ਼ੁਰੂ ਹੋਣਾ ਸੀ। ਇੱਥੋਂ ਦੋਵਾਂ ਨੇ ਜਾਣਾ ਸੀ ਕੋਲੰਬੀਆ ਦੇ ਇੱਕ ਸ਼ਹਿਰ ਜਿਸ ਦਾ ਨਾਮ ਹੈ ਟੁਰਬੋ। ਕੋਲੰਬੀਆ ਮੁਲਕ ਦੇ ਵਿੱਚ ਦਾ ਸਫ਼ਰ ਹੋਣ ਕਰਕੇ ਕੋਈ ਬਹੁਤਾ ਡਰ ਨਹੀਂ ਸੀ, ਇਸ ਲਈ ਇਹ ਸਾਰਾ ਸਫ਼ਰ ਬੱਸਾਂ ਰਾਹੀਂ ਹੀ ਕੀਤਾ ਗਿਆ। ਜਦੋਂ ਦੀਪ ਹੋਰੀ ਕੈਲੀ ਤੋਂ ਬੱਸ ਵਿੱਚ ਚੜ੍ਹੇ ਤਾਂ ਉਹ ਦੋਵੇਂ ਜਣੇ ਸੀ। ਏਜੰਟ ਨੇ ਟਿਕਟ ਲੈ ਕੇ ਲਾਲੀ ਹੋਰਾਂ ਨੂੰ ਬੱਸ ਵਿੱਚ ਬਿਠਾ ਦਿੱਤਾ ਤੇ ਡਰਾਈਵਰ ਨੂੰ ਦੱਸ ਦਿੱਤਾ ਕਿ ਉਹਨਾਂ ਦੋਵਾਂ ਨੂੰ ਮਨੀਆਲੇਸ ਉਤਾਰ ਦਿੱਤਾ ਜਾਏ। ਬੱਸ ਆਪਣੀ ਰਫ਼ਤਾਰ ਨਾਲ ਚੱਲ ਰਹੀ ਸੀ ਤੇ ਆਪਣੀ ਮੰਜ਼ਿਲ ਵੱਲ ਵੱਧਦੀ ਜਾ ਰਹੀ ਸੀ। ਹਰ ਬੱਸ ਸਟੈਂਡ ਦੇ ਉੱਪਰ ਬੱਸ ਵਿੱਚੋਂ ਕੁਝ ਕੁ ਸਵਾਰੀਆਂ ਉਤਰ ਜਾਂਦੀਆਂ ਤੇ ਕੁਝ ਹੋਰ ਨਵੀਆਂ ਸਵਾਰੀਆਂ ਆਪਣੀ ਮੰਜ਼ਿਲ ਤੇ ਪਹੁੰਚਣ ਲਈ ਚੜ੍ਹ ਜਾਂਦੀਆਂ। ਦੀਪ ਹੋਰਾਂ ਨੂੰ ਆਪਣੀ ਮੰਜ਼ਿਲ ਦਾ ਕੁਝ ਪਤਾ ਨਹੀਂ ਸੀ ਕਿ ਉਹਨਾਂ ਦੀ ਮੰਜ਼ਿਲ ਕਦੋਂ ਆਏਗੀ। ਅਖੀਰ ਨੂੰ ਮਨੀਆਲੇਸ ਸ਼ਹਿਰ ਆ ਗਿਆ ਤੇ ਡਰਾਈਵਰ ਨੇ ਉਹਨਾਂ ਦੋਵਾਂ ਨੂੰ ਬੱਸ ਵਿੱਚੋਂ ਉਤਰਨ ਲਈ ਕਹਿ ਦਿੱਤਾ। ਇਸ ਬੱਸ ਸਟੈਂਡ ਦੇ ਉੱਪਰ ਡੌਂਕਰ ਪਹਿਲਾਂ ਹੀ ਖੜਾ ਬੱਸ ਦੀ ਉਡੀਕ ਕਰ ਰਿਹਾ ਸੀ। ਡੌਂਕਰ ਨੇ ਦੀਪ ਹੋਰਾਂ ਨੂੰ ਉਹਨਾਂ ਦੇ ਹਾਲਾਤਾਂ ਤੋਂ ਪਹਿਚਾਣ ਲਿਆ ਤੇ ਆਪਣੇ ਨਾਲ ਲੈ ਗਿਆ। ਡੌਂਕਰ ਨੇ ਉੱਥੇ ਹੀ ਇੱਕ ਦੁਕਾਨ ਤੋਂ ਬ੍ਰੈਡ ਵਗੈਰਾ ਤੇ ਪਾਣੀ ਦੀਆਂ ਬੋਤਲਾਂ ਦੀਪ ਹੋਰਾਂ ਨੂੰ ਲੈ ਦਿੱਤੀਆਂ ਤੇ ਉਹਨਾਂ ਨੂੰ ਅਗਲੇ ਸਫ਼ਰ ਲਈ ਸਮਝਾ ਦਿੱਤਾ ਕਿ ਹੁਣ ਉਹਨਾਂ ਦੇ ਨਾਲ ਮਨੀਆਲੇਸ ਤੋਂ ਹੋਰ ਨਵੇਂ 5 ਮੁੰਡਿਆਂ ਦੇ ਨਾਲ ਜਾਣਾ ਸੀ। ਉਹਨਾਂ ਵਿੱਚ 2 ਮੁੰਡੇ ਪਾਕਿਸਤਾਨੀ ਤੇ 3 ਮੁੰਡੇ ਬੰਗਲਾਦੇਸ਼ੀ ਸੀ। ਭਾਵੇਂ ਇਹ 3 ਮੁਲਕਾਂ ਦੇ ਮੁੰਡੇ ਸੀ, ਪਰ ਇੱਕ ਦੂਜੇ ਦੀ ਬੋਲੀ ਨੂੰ ਖੂਬ ਸਮਝਦੇ ਸੀ। ਪਾਕਿਸਤਾਨੀ ਮੁੰਡਿਆਂ ਨੂੰ ਵੇਖ ਕੇ ਦੀਪ ਹੋਰਾਂ ਦੀਆਂ ਅੱਖਾਂ ਮੂਹਰੇ ਅਨਵਰ ਖਾਨ ਦਾ ਮਜ਼ਾਕੀਆ ਚਿਹਰਾ ਝੱਟ ਆ ਗਿਆ। ਇੱਥੋਂ ਡੌਂਕਰ ਨੇ ਉਹਨਾਂ 7 ਨੂੰ ਮਨੀਆਲੇਸ ਸ਼ਹਿਰ ਤੋਂ ਮੈਦੇਲਿਨ ਦੀਆਂ ਟਿਕਟਾਂ ਲੈ ਕੇ ਬੱਸ ਵਿੱਚ ਬਿਠਾ ਦਿੱਤਾ ਤੇ ਪਹਿਲਾਂ ਵਾਂਗੂ ਹੀ ਡਰਾਈਵਰ ਨੂੰ ਫਿਰ ਕਹਿ ਦਿੱਤਾ
ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਡਰਾਈਵਰ ਨੂੰ ਚਾਹ ਪਾਣੀ ਲਈ ਕੁਝ ਲక్ష్ਮੀ ਨਾਮ ਦਾ ਤੋਹਫਾ ਵੀ ਦਿੱਤਾ ਹੋਵੇ, ਨਹੀਂ ਤਾਂ ਕੌਣ ਇੰਨਾ ਕਰਦਾ ਕਿਸੇ ਦਾ। ਡੌਂਕਰਾਂ ਦਾ ਇਹ ਕੰਮ ਹਰ ਰੋਜ਼ ਦਾ ਸੀ, ਇਸ ਲਈ ਉਹ ਚੰਗੀ ਤਰ੍ਹਾਂ ਨਾਲ ਜਾਣਦੇ ਸੀ ਕਿ ਕਿਹੜਾ ਕੰਮ ਕਿਸ ਤਰ੍ਹਾਂ ਕਿਸ ਤੋਂ ਕਿਸ ਤਰ੍ਹਾਂ ਲੈਣਾ ਆ। ਸ਼ਹਿਰ ਮਨੀਐਲਿਸ ਤੋਂ ਬੱਸ ਨੇ ਆਪਣੀ ਰਫ਼ਤਾਰ ਫੜੀ ਤੇ ਸੜਕ ਦੀ ਹਿੱਕ ਦੇ ਉੱਤੋਂ ਦੀ ਮੇਲਦੀ ਹੋਈ ਆਪਣੀ ਮੰਜ਼ਿਲ ਵੱਲ ਨੂੰ ਵਧਣ ਲੱਗੀ। ਦੀਪ ਹੋਰੀ 7 ਜਣੇ ਆਪਸ ਵਿੱਚ ਗੱਲਾਂ ਬਾਤਾਂ ਕਰ ਰਹੇ ਸੀ ਤੇ ਨਾਲੇ ਆਪਣੇ ਨਾਲ ਪਿਛਲੇ ਬੀਤੇ ਸਫ਼ਰ ਦੇ ਦੁੱਖ ਸਾਂਝੇ ਕਰ ਰਹੇ ਸੀ। ਇਸ ਸਫ਼ਰ ਦੇ ਦੌਰਾਨ ਕਦੀ ਕਿਸੇ ਨੂੰ ਨੀਂਦ ਆ ਜਾਂਦੀ ਸੀ ਤੇ ਕਦੀ ਕੋਈ ਜਣਾ ਆਪਣਾ ਬੀਤਿਆ ਵੇਲਾ ਯਾਦ ਕਰਕੇ ਆਪਣੀਆਂ ਅੱਖਾਂ ਪੂੰਝਣ ਲੱਗ ਪੈਂਦਾ ਸੀ। ਪਹਿਲਾਂ ਦੀ ਤਰ੍ਹਾਂ ਬੱਸ ਆਪਣੇ ਸਟੈਂਡ ਦੇ ਉੱਪਰ ਰੁਕਦੀ ਹੈ ਤੇ ਸਵਾਰੀਆਂ ਦੀ ਅਦਲਾ ਬਦਲੀ ਕਰਕੇ ਅੱਗੇ ਨੂੰ ਚੱਲ ਪੈਂਦੀ ਆ। ਹਰ ਵਾਰ ਦੀਪ ਹੋਰੀ ਸੋਚਦੇ ਕਿ ਸ਼ਾਇਦ ਬੱਸ ਦਾ ਅਗਲਾ ਅੱਡਾ ਸਾਡੀ ਮੰਜ਼ਿਲ ਵਾਲਾ ਸਟਾਪ ਹੋਏਗਾ, ਪਰ ਹਰ ਵਾਰ ਹੀ ਉਹਨਾਂ ਨੂੰ ਨਿਰਾਸ਼ਾ ਮਿਲਦੀ। ਬੱਸ ਚੱਲਦਿਆਂ ਛੋਟੇ ਵੱਡੇ ਸ਼ਹਿਰਾਂ ਕਸਬਿਆਂ ਨੂੰ ਪਾਰ ਕਰਦੀ ਹੋਈ ਅਖੀਰ ਨੂੰ ਚੀਗੋਰੋਦੋ ਪਹੁੰਚ ਗਈ ਸੀ। ਇਹ ਚੀਗੋਰੋਦੋ ਵੀ ਕੋਲੰਬੀਆ ਦਾ ਹੀ ਸ਼ਹਿਰ ਹੈਗਾ ਆ ਤੇ ਵੇਖਣ ਨੂੰ ਵੀ ਬਹੁਤ ਸੁੰਦਰ ਆ। ਜਦੋਂ ਬੱਸ ਰੁਕੀ ਤਾਂ ਡਰਾਈਵਰ ਨੇ ਦੀਪ ਹੋਰਾਂ ਨੂੰ ਉਤਰਨ ਲਈ ਆਖ ਦਿੱਤਾ ਸੀ। ਇੱਥੋਂ ਵੀ ਪਹਿਲਾਂ ਵਾਂਗੂ ਹੀ ਏਜੰਟ ਕਹਿ ਲਵੋ ਜਾਂ ਫਿਰ ਡੌਂਕਰ ਉਹਨਾਂ ਦੇ ਅਗਲੇ ਸਫ਼ਰ ਦਾ ਮਾਰਗਦਰਸ਼ਕ ਖੜਾ ਸੀ। ਉਹ ਡੌਂਕਰ ਨੇ 7 ਜਣਿਆਂ ਨੂੰ ਆਪਣੇ ਨਾਲ ਲਿਆ ਤੇ ਇੱਕ ਹੋਟਲ ਜਾਂ ਕਾਫੀ ਬਾਰ ਕਹਿ ਲਓ ਉਹਦੇ ਵਿੱਚ ਬਹਿ ਗਿਆ। ਅੱਗੇ ਜਾਣ ਲਈ ਬੱਸ ਦੇ ਜਾਣ ਵਿੱਚ ਅਜੇ ਵਕਤ ਬਾਕੀ ਸੀ। ਇਸ ਡੌਂਕਰ ਨੇ ਕਾਫੀ ਬਾਰ ਵਿੱਚ ਬੈਠਿਆਂ ਹੀ ਉਹਨਾਂ ਨੂੰ ਅੱਗੇ ਜਾਣ ਦੀਆਂ ਟਿਕਟਾਂ ਫੜਾ ਦਿੱਤੀਆਂ ਸੀ ਤੇ ਨਾਲ ਹੀ ਇਹ ਸਮਝਾ ਦਿੱਤਾ ਸੀ ਕਿ ਤੁਸੀਂ ਮੇਰੇ ਮਗਰ ਤੁਰਨਾ ਆ ਤੇ ਨਾਲੇ ਸਾਰਿਆਂ ਨੇ ਇਕੱਠੇ ਨਹੀਂ ਤੁਰਨਾ। ਜਿਸ ਬੱਸ ਵਿੱਚ ਮੈਂ ਬੈਠੂੰਗਾ ਤੁਸੀਂ ਵੀ ਮੇਰੇ ਮਗਰ ਉਸ ਬੱਸ ਵਿੱਚ ਚੜ੍ਹ ਜਾਣਾ ਆ। ਇਹ ਟਿਕਟਾਂ ਚੀਗੋਰੋਦੋ ਤੋਂ ਟੁਰਬੋ ਦੀਆਂ ਸੀ। ਇਹ ਟੁਰਬੋ ਵੀ ਕੋਲੰਬੀਆ ਦਾ ਹੀ ਇੱਕ ਸ਼ਹਿਰ ਆ। ਕੁਝ ਕੁ ਚਿਰ ਕਾਫੀ ਬਾਰ ਵਿੱਚ ਬੈਠੇ ਰਹਿਣ ਮਗਰੋਂ ਡੌਂਕਰ ਉਹਨਾਂ 7 ਨੂੰ ਆਪਣੇ ਮਗਰ ਲੈ ਕੇ ਤੁਰ ਪਿਆ ਸੀ। ਦੀਪ ਹੋਰੀ 7 ਜਣੇ ਉਸ ਡੌਂਕਰ ਦੇ ਮਗਰ ਤੁਰੇ ਜਾ ਰਹੇ ਸੀ। ਡੌਂਕਰ ਅੱਗੇ ਜਾ ਕੇ ਇੱਕ ਬੱਸ ਵਿੱਚ ਚੜ੍ਹ ਗਿਆ ਤੇ ਦੀਪ ਹੋਰੀ ਵੀ ਉਹਦੇ ਮਗਰ ਵਾਰੀ-ਵਾਰੀ ਉਸ ਬੱਸ ਵਿੱਚ ਚੜ੍ਹ ਗਏ। ਬੱਸ ਵਿੱਚ ਅਜੇ ਹੋਰ ਕੋਈ ਵੀ ਸਵਾਰੀ ਨਹੀਂ ਬੈਠੀ ਸੀ। ਡੌਂਕਰ ਨੇ ਜਲਦੀ ਨਾਲ ਬੱਸ ਡਰਾਈਵਰ ਨਾਲ ਗੱਲਬਾਤ ਕੀਤੀ ਤੇ ਲక్ష్ਮੀ ਮਾਤਾ ਦੇ ਦਰਸ਼ਨ ਕਰਵਾਏ। ਡਰਾਈਵਰ ਨੇ ਝੱਟ ਜੇਬ ਵਿੱਚ ਪਾਉਂਦੇ ਹੋਏ ਦੀਪ ਹੋਰਾਂ ਵੱਲ ਤੱਕਿਆ ਤੇ ਹੱਥ ਦੇ ਇਸ਼ਾਰੇ ਨਾਲ ਓਕੇ ਕਹਿ ਦਿੱਤਾ। ਡੌਂਕਰ ਨੇ ਦੀਪ ਹੋਰਾਂ ਨੂੰ ਦੂਰੋਂ ਹੀ ਹੱਥ ਖੜਾ ਕਰ ਦਿੱਤਾ ਤੇ ਆਪਣੇ ਰਾਹ ਤੁਰਦਾ ਬਣਿਆ। ਕੁਝ ਕੁ ਚਿਰ ਪਿੱਛੋਂ ਬੱਸ ਆਪਣੇ ਸਫ਼ਰ ਲਈ ਤੁਰ ਪਈ ਤੇ ਮੱਛੀ ਵਾਂਗੂ ਪਾਣੀ ਨੂੰ ਚੀਰਦੀ ਹੋਈ ਬੱਸ ਸੜਕਾਂ ਦੀ ਗਿਣਤੀ ਮਿੰਤੀ ਕਰਦੀ ਹੋਈ ਅੱਗੇ ਵਧਣ ਲੱਗੀ। ਇਸ ਤਰ੍ਹਾਂ ਬੱਸ ਆਪਣਾ ਪੰਧ ਮੁਕਾਉਂਦੀ ਹੋਈ ਅਖੀਰ ਨੂੰ ਆਪਣੀ ਮਿੱਥੀ ਹੋਈ ਮੰਜ਼ਿਲ ਟੁਰਬੋ ਪਹੁੰਚ ਗਈ ਸੀ। ਟੁਰਬੋ ਪਹੁੰਚਦਿਆਂ ਸਾਰੇ ਡਰਾਈਵਰ ਨੇ ਸਾਰਿਆਂ ਨੂੰ ਬੱਸ ਵਿੱਚ ਉਤਰਨ ਲਈ ਕਹਿ ਦਿੱਤਾ ਸੀ। ਇਸ ਵਾਰ ਦੀਪ ਹੋਰਾਂ ਉੱਪਰ ਕਿਸਮਤ ਮਿਹਰਬਾਨ ਹੋਈ ਸੀ। ਇਸੇ ਤਰ੍ਹਾਂ ਹੀ ਸਾਰੇ ਜਣੇ ਬੱਸਾਂ ਰਾਹੀਂ ਆਪਣਾ ਸਫ਼ਰ ਤੈਅ ਕਰਕੇ ਮਨੀਐਲਿਸ ਸ਼ਹਿਰ ਤੋਂ ਟੁਰਬੋ ਤੱਕ ਪਹੁੰਚ ਗਏ ਸੀ।